है एस्क्रो अकाउंट ਦੇ ਵਿੱਚ ਸਾਰੇ ਪੈਸੇ ਜਾਂਦੇ ਨੇ। ਉਹ ਐਸਕਰੋ ਅਕਾਊਂਟ ਹਰੇਕ ਦਾ ਹੋਣਾ ਜ਼ਰੂਰੀ ਹੈ। ਉਹਦੇ 'ਚ ਕੋਈ ਪੈਸੇ ਨਿਕਲਦਾ ਤਾਂ ਉਹ ਸੀਏ ਦੀਆਂ ਤੇ 3 ਜਣਿਆਂ ਦੀਆਂ ਸੀਏ ਆਰਕੀਟੈਕਟ ਤੇ ਇੰਜੀਨੀਅਰ ਦੀ ਪੂਰੀ ਸਟੈਂਪਸ ਲਾ ਕੇ ਸਰਟੀਫਿਕੇਟ ਲਾ ਕੇ ਤਾਂ ਪੈਸਾ ਨਿਕਲਦਾ ਹੁੰਦਾ। ਹੁਣ ਰੇਰਾ ਕੀ ਕਰ ਰਿਹਾ ਜੀ? ਰੇਰਾ ਕਿਸ ਤਰੀਕੇ ਨਾਲ ਅੱਖਾਂ ਬੰਦ ਕਰ ਰਿਹਾ। ਅਸੀਂ ਜਿਹੜੇ ਪ੍ਰੋਜੈਕਟ ਪਕੜੇ ਨੇ ਉਹ ਕਰੀਬ 100 ਪ੍ਰੋਜੈਕਟ ਪਕੜੇ ਨੇ, 100 ਬਿਲਡਰ ਨੇ ਜਿਨ੍ਹਾਂ ਦੀ ਲਿਸਟ ਤੁਹਾਨੂੰ ਅਸੀਂ ਦੇਵਾਂਗੇ, ਕੁਛ ਦੀ ਲਿਸਟ ਦੇਵਾਂਗੇ। ਇਹ ਉਹ ਲਿਸਟ ਹੈ ਜਿਨ੍ਹਾਂ ਨੂੰ ਅਸੀਂ ਲੀਗਲ ਨੋਟਿਸ ਦੇ ਚੁੱਕੇ ਹਾਂ, ਜਿਨ੍ਹਾਂ ਬਿਲਡਰਾਂ ਤੋਂ ਸਾਨੂੰ ਧਮਕੀਆਂ ਆ ਰਹੀਆਂ ਨੇ और ਜਿਹੜੇ ਸਰਗਨਾਂ ਤੋਂ ਸਾਨੂੰ ਧਮਕੀਆਂ ਆ ਰਹੀਆਂ ਨੇ। ਇਹ ਸਾਡੇ ਕੋਲ ਲਿਸਟ ਹੈ ਜਿਹੜੀ ਤੁਹਾਨੂੰ ਦੇਵਾਂਗੇ, ਲੀਗਲ ਨੋਟਿਸ ਜਿਨ੍ਹਾਂ ਕੋਲ ਪਹੁੰਚ ਚੁੱਕੇ ਨੇ ਸਾਡੇ 100 ਤੋਂ ਪਲੱਸ ਅਸੀਂ ਨੋਟਿਸ ਦੇ ਰਹੇ ਹਾਂ ਸਾਰੇ ਬਿਲਡਰਾਂ ਨੂੰ। ਉਹ ਬਿਲਡਰ ਪੂਰੇ ਪੰਜਾਬ ਦੇ ਬਿਲਡਰ ਨੇ, ਕੋਈ ਰੂਪਨਗਰ ਦਾ, ਕੋਈ ਸੰਗਰੂਰ ਦਾ ਔਰ ਕੋਈ ਮੁਹਾਲੀ ਦੇ ਜ਼ਿਆਦਾ ਨੇ ਸਾਡੇ, ਔਰ ਕੋਈ ਤਰਨਤਾਰਨ ਦਾ, ਮਤਲਬ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਦੇ। ਉਹਨਾਂ ਸਾਰਿਆਂ ਉਹਨਾਂ ਵਿੱਚ ਜੋ ਸਭ ਤੋਂ ਜਿਹੜਾ ਤੀਜਾ ਪੁਆਇੰਟ ਹੈ ਤੁਹਾਡੇ ਅੱਗੇ ਮੈਂ ਰੱਖਿਆ ਹੋਇਆ ਪੇਜ, ਜਿਹੜਾ ਤੀਸਰਾ ਪੁਆਇੰਟ ਹੈ ਕਿ ਰੇਰਾ ਜਿਹੜਾ 100 ਤੋਂ ਉੱਪਰ ਪ੍ਰੋਜੈਕਟ ਕੀਤੀ ਬੈਠਾ ਹੈ। ਇਹਦੇ 'ਚ ਇੱਕ ਨਾ ਸਿਵਲ ਇੰਜੀਨੀਅਰਿੰਗ ਸਰਟੀਫਿਕੇਟ ਲੱਗਦਾ ਜੀ। ਜਦੋਂ ਵੀ ਅਸੀਂ ਕੋਈ ਪ੍ਰੋਜੈਕਟ ਦਾ ਰੇਰਾ ਨੰਬਰ ਲੈਂਦੇ ਆ ਤਾਂ ਸਿਵਲ ਇੰਜੀਨੀਅਰਿੰਗ ਸਰਟੀਫਿਕੇਟ ਚਾਹੀਦਾ ਜੀ। ਜਿਹੜਾ ਸਿਵਲ ਇੰਜੀਨੀਅਰਿੰਗ ਸਰਟੀਫਿਕੇਟ ਦੇਣਾ ਹੁੰਦਾ ਉਹ ਅਸਲ 'ਚ ਦੇਣਾ ਹੁੰਦਾ ਕਿਸੇ ਸਿਵਲ ਇੰਜੀਨੀਅਰ ਨੇ, ਡਿਗਰੀ ਹੋਲਡਰ ਨੇ। ਇੱਥੇ ਕੀ ਕਰ ਰਿਹਾ ਜੀ? ਇੱਕ ਵੇਦ ਪ੍ਰਕਾਸ਼ ਨਾਂ ਦਾ ਬੰਦਾ ਹੈ ਜੋ ਚੰਡੀਗੜ੍ਹ ਵਿੱਚ ਜਿਸ ਦਾ ਆਫਿਸ ਹੈ, ਸੈਕਟਰ 21 ਦੇ ਵਿੱਚ ਉਸ ਦਾ ਆਫਿਸ ਹੈ ਜੀ। ਉਹ ਕੀ ਕਰ ਰਿਹਾ ਜੀ? ਉਹ ਇੱਕ ਸਰਗਨਾ ਹੈ, ਉਸ ਨੇ ਸਾਰੇ ਜਿੰਨੇ ਵੀ ਪੰਜਾਬ ਦੇ ਉਹਨਾਂ ਨਾਲ ਠੇਕਾ ਕੀਤਾ ਹੋਇਆ। ਠੇਕਾ ਕਰਕੇ ਉਹਨਾਂ ਨੇ ਕੀ ਕੀਤਾ ਹੈ ਕਿ ਉਸ ਠੇਕੇ ਦੇ ਮੁਤਾਬਕ ਉਹਨਾਂ ਕੋਲੋਂ ਸਾਰੀ ਪੇਮੈਂਟ ਲੈ ਕੇ, ਮੈਂ ਵਿੱਚ ਇੰਟਰਪਟ ਕਰ ਸਕਦਾ? ਜਿਹੜਾ ਠੇਕਾ ਉਹਨਾਂ ਨੇ ਲਿਆ ਹੋਇਆ ਕਿਸੇ ਤੋਂ, ਕਿੰਨੇ ਦਾ ਲਿਆ ਹੈ ਮੈਨੂੰ ਨਹੀਂ ਪਤਾ, 2 ਲੱਖ 'ਚ ਲਿਆ, ਲੱਖ 'ਚ ਲਿਆ, 5 ਲੱਖ 'ਚ ਲਿਆ ਠੇਕਾ। ਉਹਨੇ ਇੱਕ ਪ੍ਰੋਜੈਕਟ ਤੋਂ ਬਿਲਡਰ ਤੋਂ ਪੈਸੇ ਲੈ ਕੇ ਉਸ ਪ੍ਰੋਜੈਕਟ ਨੂੰ ਬਣਾਉਣ ਵਾਸਤੇ ਆਪੇ ਆਪ ਪੂਰਾ ਲਾਇਸੈਂਸ ਪੂਰਾ ਕਰਦਾ ਹੈ। ਲਾਇਸੈਂਸ ਉਹਨਾਂ ਨੇ ਕੀ ਕੀਤਾ ਜੀ? ਇੱਕ ਕਸ਼ਿਸ਼ ਰਾਣਾ ਨਾਮ ਦੀ ਲੜਕੀ ਹੈ, ਕਸ਼ਿਸ਼ ਰਾਣਾ ਨਾਮ ਦੀ ਲੜਕੀ ਹੈ ਜਿਹੜੀ ਅੰਬਾਲਾ ਦੇ ਕਿਸੇ ਪਿੰਡ ਦੀ ਹੈ। ਉਸ ਨੇ ਇੱਕ ਜਿੰਨੇ ਵੀ ਇੰਜੀਨੀਅਰਿੰਗ ਸਰਟੀਫਿਕੇਟ ਨੇ, ਉਹ ਕੰਪਿਊਟਰ ਇੰਜੀਨੀਅਰ ਹੈ। ਉਹ ਇੱਕ ਸਿੰਪਲ ਕੰਪਿਊਟਰ ਇੰਜੀਨੀਅਰ ਹੈ ਜਿਹੜੇ ਸਿਵਲ ਇੰਜੀਨੀਅਰ ਦੇ ਸਰਟੀਫਿਕੇਟ ਦੇ ਰਹੀ ਹੈ। ਔਰ ਉਹ ਜਿਹੜੇ ਸਰਟੀਫਿਕੇਟ ਨੇ ਉਹ ਅਸਲ ਦੇ ਵਿੱਚ ਸਰਟੀਫਿਕੇਟ ਜਿਹੜੇ ਨੇ ਉਹ ਵੇਦ ਪ੍ਰਕਾਸ਼ 21 ਸੈਕਟਰ ਵਾਲਾ ਸਰਗਨਾ ਉਹ ਆਪ ਹੀ ਤਿਆਰ ਕਰਕੇ ਦੇ ਰਿਹਾ। ਕਸ਼ਿਸ਼ ਰਾਣਾ ਦਾ ਸਿਰਫ ਨਾਮ ਲੈ ਰਿਹਾ। ਕਸ਼ਿਸ਼ ਰਾਣਾ ਉਹਦੇ ਕੋਲ ਸਿਰਫ 20,000 ਰੁਪਏ ਤੇ ਰੱਖੀ ਹੋਈ ਇੱਕ ਲੜਕੀ ਹੈ ਜੋ ਸਾਈਨ ਕਰੀ ਜਾਂਦੀ ਹੈ, ਮੋਹਰਾ ਲਗਾ ਰਹੀ ਹੈ। ਉਹ ਮੈਂ ਤੁਹਾਨੂੰ ਨਾਲ ਅਗਰ ਤੁਸੀਂ ਕਹੋ ਤਾਂ ਮੈਂ ਹਰੇਕ ਦਾ ਨਾਲ ਦੱਸ ਚੱਲਾਂ ਸਾਰੇ ਪੁਆਇੰਟਾਂ ਦੇ ਨਾਲ। ਇਹ ਤਾਂ ਅਸੀਂ ਜਿਹੜੇ ਲੀਗਲ ਨੋਟਿਸ ਦਿੱਤੇ ਜੀ ਸਾਰੇ ਬਿਲਡਰਾਂ ਨੂੰ ਦਿੱਤੇ ਨੇ ਜੀ। ਇਹ ਸਾਰੇ ਲੀਗਲ ਨੋਟਿਸਾਂ ਦੀ ਸਾਡੇ ਕੋਲ ਲਿਸਟ ਹੈ ਜੀ। ਇਹ ਇੱਕ ਜੋ ਕਸ਼ਿਸ਼ ਰਾਣਾ ਇੱਕ ਇੰਜੀਨੀਅਰਿੰਗ ਸਰਟੀਫਿਕੇਟ ਹੈ, ਦੇਖੋ ਇਹ ਇੰਜੀਨੀਅਰਿੰਗ ਸਰਟੀਫਿਕੇਟ ਹੁੰਦਾ। ਇਹਦੇ ਤੇ ਕਸ਼ਿਸ਼ ਰਾਣਾ ਨਾਂ ਦੀ ਲੜਕੀ ਹੈ, ਇੱਕ ਰਵੀ ਅੱਗੇ ਆਏਗਾ, ਕਸ਼ਿਸ਼ ਰਾਣਾ ਸਰਟੀਫਿਕੇਟ ਬਣਾ ਕੇ ਦੇ ਰਹੀ ਹੈ ਆਪੇ ਆਪ। ਥੱਲੇ ਦੀ ਮੋਹਰ ਲੱਗੀ ਹੈ ਜੀ। ਇਹ ਸਾਈਨ ਪਤਾ ਨਹੀਂ ਡੁਪਲੀਕੇਟ ਆਪ ਕਰ ਰਿਹਾ ਵੇਦ ਜਾਂ ਇਹ ਕਸ਼ਿਸ਼ ਕਰ ਰਹੀ ਹੈ। ਉਹਦੇ ਵਿੱਚ ਇਹਨਾਂ ਨੇ ਇੱਕ ਸਾਈਟ ਇੰਜੀਨੀਅਰ ਦਾ ਨਾਮ ਲਿਖ ਰੱਖਿਆ ਜੀ, ਝੂਠਾ ਨਾਮ ਹੈ ਜੀ। ਇਹ ਰਵੀ ਆਰਟੀਆਈ ਤੋਂ ਅਸੀਂ ਰੇਰਾ ਤੋਂ ਮੰਗਿਆ। ਇਹ ਰਵੀ ਨਾਮ ਦਾ ਕੋਈ ਵੀ ਬੰਦਾ ਨਹੀਂ। ਕਸ਼ਿਸ਼ ਰਾਣਾ ਨੇ ਇਹ ਕਿਸੇ ਪ੍ਰੋਜੈਕਟ ਦੇ ਵਿੱਚ ਰਵੀ ਲਿਖਿਆ, ਕਿਸੇ ਵਿੱਚ ਮਿਸਟਰ ਰਵੀ, ਕਿਸੇ 'ਚ ਰਵੀ ਕਾਂਤ, ਕਿਸੇ 'ਚ ਰਵੀ ਸ਼ਰਮਾ, ਇਸ ਤਰੀਕੇ ਨਾਲ ਨਾਮ ਬਦਲ ਕੇ ਤੇ ਇਹ ਕੀਤੇ ਹੋਏ ਨੇ ਜੀ। ਇਹ ਕਸ਼ਿਸ਼ ਰਾਣਾ ਦਾ ਹੈਗਾ ਸਰਟੀਫਿਕੇਟ ਹੈ ਜੀ। ਇਹਦੇ ਮੁਤਾਬਕ ਕੀ ਹੁੰਦਾ ਜੀ? ਇਹ ਜਿਹੜਾ ਇਹ ਸਰਟੀਫਿਕੇਟ ਹੈ, ਇਹ ਸਰਟੀਫਿਕੇਟ ਦੇ ਵਿੱਚ ਕਾਲਮ ਹੁੰਦੇ ਨੇ ਜੀ, ਸਾਰੇ ਟੋਟਲ ਕਾਲਮ ਹੁੰਦੇ ਨੇ। ਉਹ ਇਹਨਾਂ ਨੇ ਸਾਰੇ ਕਾਲਮ ਉਡਾ ਦਿੱਤੇ ਜਾਂਦੇ ਨੇ। ਜਿਹੜੇ ਜਿੱਥੇ ਡਾਊਟ, ਜਿੱਥੇ ਪ੍ਰੋਬਲਮ ਆ ਸਕਦੀ ਹੈ, ਉਹ ਸਾਰੇ ਉਹਨਾਂ ਨੇ ਡਾਕੂਮੈਂਟ ਦੇ ਵਿੱਚੋਂ ਜੀ, ਉਹ ਮੰਨ ਲਓ 16 ਪੁਆਇੰਟ ਨੇ, ਉਹਨਾਂ ਚੋਂ 3 ਪੁਆਇੰਟ ਹੀ ਉਡਾ ਦਿੰਦੇ ਨੇ ਜਿਹੜੇ ਇਹਨਾਂ ਨੂੰ ਲੱਗਦਾ ਕਿ ਬਹੁਤ ਔਖੇ ਨੇ। ਇਹ ਕਸ਼ਿਸ਼ ਰਾਣਾ ਨੇ ਇਹ ਜਿਹੜੀ ਬੋਗਸ ਰਵੀ ਕੁਮਾਰ, ਰਵੀ ਸੋਲੰਕੀ ਇਸ ਨਾਂ ਤੋਂ ਲਿਖ ਕੇ ਉਸਨੇ ਸਾਈਟ ਇੰਜੀਨੀਅਰ ਦਾ ਨਾਮ ਦਿੱਤਾ। ਇਹ 3 ਬੰਦਿਆਂ ਦੇ ਨਾਮ ਲਿਖ ਰਹੀ ਹੈ। ਰੇਰਾ ਹੀ ਕਹਿੰਦਾ ਕਿ ਇਹ ਤਿੰਨੋਂ ਬੰਦੇ ਸਾਡੇ ਹੈ ਹੀ ਨਹੀਂ, ਇਹਨੇ ਝੂਠੇ ਆਪਣੇ ਵੱਲੋਂ ਬਣਾਏ ਹੋਏ ਨੇ ਜੀ। ਜਿੰਨੇ ਵੀ ਇਹਦੇ ਵਿੱਚ ਨੇ ਇੰਜੀਨੀਅਰਿੰਗ ਸਰਟੀਫਿਕੇਟ ਨੇ ਕਸ਼ਿਸ਼ ਰਾਣਾ ਨੇ ਦਿੱਤੇ ਨੇ, ਉਹ ਸੀਏ ਉਸ ਤੋਂ ਬਾਅਦ ਉਹਨਾਂ ਨੂੰ ਅਪਰੂਵਡ ਕਰਦਾ ਹੁੰਦਾ ਜੀ। ਜਦੋਂ ਅਸੀਂ ਇੱਕ ਐਸਕਰੋ ਅਕਾਊਂਟ ਚੋਂ ਰੁਪਈਏ ਕਢਾਣੇ ਹੁੰਦੇ ਨੇ, ਜਿਵੇਂ ਜੀਬੀਪੀ ਭੱਜ ਗਿਆ, ਜੀਬੀਪੀ ਜਾਂ ਕੋਈ ਵੀ ਬਿਲਡਰ ਪੈਸੇ ਲੈ ਕੇ ਨਹੀਂ ਜਾ ਸਕਦਾ। 70% ਪੈਸਾ ਉਸ ਪ੍ਰੋਜੈਕਟ ਦੇ ਵਿੱਚ ਪਿਆ ਰਹਿਣਾ ਚਾਹੀਦਾ ਹੈ। ਲੇਕਿਨ ਉਹ ਪੈਸਾ ਕਿਵੇਂ ਨਿਕਲ ਸਕਦਾ ਹੈ? ਸੀਏ 3 ਬੰਦੇ ਹੁੰਦੇ ਜੀ ਉਹਦੇ 'ਚ, ਇੱਕ ਇੰਜੀਨੀਅਰ ਹੁੰਦਾ, ਇੱਕ ਸੀਏ ਤੇ ਇੱਕ ਆਰਕੀਟੈਕਟ। ਇਹਨਾਂ ਤਿੰਨਾਂ ਦੇ ਜਦੋਂ ਸਾਈਨ ਹੋਣਗੇ ਇੱਕ ਰਿਪੋਰਟ ਬਣਦੀ ਹੈ ਕਿ ਇਸ ਪ੍ਰੋਜੈਕਟ ਤੇ ਇਹਨਾਂ ਦਾ ਲੱਗ ਚੁੱਕਿਆ। ਹੁਣ ਜਿਹੜੀ ਅਸੀਂ
ਅੱਗੇ ਲੱਗਣਾ, ਇਹਦੇ ਤੇ 20 ਕਰੋੜ ਜਾਂ 25 ਕਰੋੜ ਰੁਪਏ ਲੱਗਣਾ ਜਾਂ 10 ਕਰੋੜ ਲੱਗਣਾ ਹੈ, ਇਹ ਇਹਨਾਂ ਨੂੰ ਕੱਢਣ ਦੀ ਇਜਾਜ਼ਤ ਦਿੱਤੀ ਜਾਵੇ। ਉਹ ਬੋਗਸ ਜਿਹੜਾ ਸਰਟੀਫਿਕੇਟ ਇਹ ਇੰਜੀਨੀਅਰ ਬਣਾ ਕੇ ਦਿੰਦੀ ਹੈ, ਉਹੀ ਸਰਟੀਫਿਕੇਟ ਨੂੰ ਸੀਏ ਅੱਗੇ ਕਰ ਦਿੰਦਾ ਹੈ। ਇੱਥੇ ਉਹਨਾਂ ਨੇ ਜਿਹੜਾ ਇਹ ਇੱਕ ਫਾਰਮ ਹੁੰਦਾ ਜੀ, ਜਿਹੜਾ ਤੁਹਾਨੂੰ ਮੈਂ ਪਹਿਲਾਂ ਹੁਣ ਦੱਸ ਕੇ ਹਟਿਆ, ਇੰਜੀਨੀਅਰਿੰਗ ਸਰਟੀਫਿਕੇਟ, ਇਹਦੇ ਵਿੱਚ ਇੱਕ ਕਾਲਮ ਹੁੰਦਾ ਹੈ, ਇਹਦੇ ਵਿੱਚ 4 ਕਾਲਮ ਨੇ, ਇਹ ਚਾਰੋਂ ਦੇ ਚਾਰੋਂ ਸਾਰੇ ਕਾਲਮ ਉਡਾ ਦਿੱਤੇ ਕਿ ਇੱਕੋ ਕਾਲਮ ਦੇ ਵਿੱਚ ਸਿਰਫ ਰਵੀ ਲਿਖ ਕੇ ਇਸ ਤੇ ਸਰਟੀਫਿਕੇਟ ਬਣਾਤਾ, ਜਿਹਦੇ 'ਚ 4 ਲਿਖੇ ਹੁੰਦੇ ਨੇ ਕਿ ਸਟਰਕਚਰ ਕੌਣ ਕਰ ਰਿਹਾ, ਐਲਐਸ ਕੌਣ ਕਰ ਰਿਹਾ, ਐਮਈਪੀ ਕੌਣ ਰਿਹਾ, ਐਮਈਪੀ ਦਾ ਮਤਲਬ ਮਕੈਨੀਕਲ ਇੰਜੀਨੀਅਰਿੰਗ ਪਲੰਬਿੰਗ ਕੌਣ ਕਰ ਰਿਹਾ। ਇਹ ਸਾਰੇ ਇਹਨਾਂ ਨੇ ਕੱਟ ਕੇ ਇੱਕੋ ਹੀ ਕਰਤਾ ਕਿ ਸਾਡਾ ਰਵੀ ਹੋ ਗਿਆ। ਰਵੀ ਜਦ ਕਿ ਕੋਈ ਬੰਦਾ ਹੀ ਨਹੀਂ ਹੈਗਾ, ਕਿਸੇ ਤਰੀਕੇ ਦਾ ਕੋਈ ਬੰਦਾ ਰਵੀ ਹੈ ਹੀ ਨਹੀਂ ਜੀ। ਫਿਰ अब एक गौरव गोयल है, जो ये रिपोर्ट नकली बोगस रिपोर्ट ये लड़की कशिश राणा दिंदी है, तो उस रिपोर्ट को देख के सीए ते मोहर मार देंगे उस अमाउंट को, जिन्ना अमाउंट उन्होंने लिखा हुआ है। अगर उन्होंने अमाउंट लिखता कि ये 2 करोड़ 24 लाख रुपया इतने खर्चा आ सकता है जी, 2 करोड़ 34 लाख इतने खर्चा आएगा, 90 लाख इतने खर्चा आएगा, ਇਹਨਾਂ ਨੂੰ ਕੱਢਣ ਤੇ ਸੀਏ ਵੀ ਉਹ ਮੋਰ ਮਾਰਦਾ, ਹਾਂਜੀ ਇਹਨੂੰ ਇੰਨਾ ਰੁਪਈਆ ਲੱਗਦਾ। ਜਦ ਕਿ ਇੱਕ ਕੰਪਿਊਟਰ ਵਾਲੀ ਲੜਕੀ ਜਿਸ ਨੂੰ ਸਰੀਆ ਵੀ ਨਹੀਂ ਪਤਾ ਮੋਟਾਈ ਚੌੜਾਈ ਦਾ, ਸ਼ਾਇਦ ਉਹਨੂੰ ਨਹੀਂ ਪਤਾ ਹੁੰਦਾ ਕਿ ਸਰੀਏ ਦੀ ਮੋਟਾਈ ਚੌੜਾਈ ਕੀ ਹੋ ਸਕਦੀ ਹੈ, ਔਰ ਉਹ ਜਿਹੜੀ ਹੈ ਇੰਨੇ ਵੱਡੇ ਕਰੋੜਾਂ ਦੇ 20 ਕਰੋੜ ਦੇ 24 ਕਰੋੜ ਦੇ ਜਿਹੜੇ ਨੇ ਰੁਪਈਏ ਕਢਵਾ ਕੇ ਦੇ ਰਹੀ ਹੈ। ਸੀਏ ਉਹਦੀ ਰਿਪੋਰਟ ਨੂੰ ਹੀ ਮੋਰ ਲਗਾ ਦਿੰਦਾ। ਇੱਕ ਕੁੜੀ ਜਿਹੜੀ ਵੇਦ ਪ੍ਰਕਾਸ਼ ਰੱਖੀ ਹੋਈ ਹੈ, ਵੇਦ ਪ੍ਰਕਾਸ਼ ਨੇ 20,000 ਤੇ ਰੱਖੀ, ਉਹਦੇ ਕਹਿਣ ਮੁਤਾਬਕ। ਉਹ ਮੇਰੇ ਕੋਲ ਇੱਕ ਅਲੱਗ ਤੋਂ ਕੁਝ ਪੈਜ ਉਹਨੇ ਦੱਸਿਆ, ਔਰ ਇਹ ਫਿਰ ਸਾਡੇ ਕੋਲ ਅਸੀਂ ਇਹਨੂੰ ਫਿਰ ਇੱਕ ਨੋਟਿਸ ਦਿੱਤਾ ਕਸ਼ਿਸ਼ ਰਾਣਾ ਨੂੰ। ਮੈਂ 13/10/2021 ਨੂੰ 13 ਅਕਤੂਬਰ 2021 ਨੂੰ ਮੈਂ ਇਹਨੂੰ ਇੱਕ ਨੋਟਿਸ ਦਿੱਤਾ, ਮੋਬਾਈਲ ਨੰਬਰ ਵੀ ਹੈ ਕਸ਼ਿਸ਼ ਰਾਣਾ ਦਾ, ਤੇ ਉਹਨਾਂ ਨੂੰ ਦੱਸਿਆ ਕਿ ਜਿਹੜਾ ਸਾਈਟ ਇੰਜੀਨੀਅਰ ਤੁਹਾਡਾ ਰਵੀ ਹੈ ਇਹ ਕੌਣ ਹੈਗਾ, ਵੀ ਇਹ ਤਾਂ ਕੋਈ ਐਡਰੈਸ ਵੀ ਨਹੀਂ ਹੈ, ਕੋਈ ਐਡਰੈਸ ਨਹੀਂ ਕਿਸੇ ਦਾ ਵੀ ਰਵੀ ਨੂੰ ਅਸੀਂ ਮਿਲ ਸਕੀਏ, ਕਿ ਕੋਈ ਉਹਨਾਂ ਦੇ ਐਡਰੈਸ ਨਹੀਂ ਕਿਸੇ ਤਰੀਕੇ ਦਾ। ਅਸੀਂ ਉਹਨਾਂ ਨੂੰ ਲੀਗਲ ਨੋਟਿਸ ਦਿੱਤਾ, ਰਵੀ ਨੂੰ ਵੀ ਦਿੱਤਾ ਹੈ, ਵੇਦ ਨੂੰ ਸਾਰਿਆਂ ਨੂੰ ਨੋਟਿਸ ਭੇਜ ਚੁੱਕੇ ਹਾਂ ਜੀ, ਸਾਰਿਆਂ ਨੂੰ ਜਿੰਨੇ ਵੀ ਨੇ, ਔਰ ਇਹਨਾਂ ਦੇ ਬਹੁਤ ਸੋਹਣੇ ਜਵਾਬ ਆਏ ਨੇ, ਉਹ ਵੀ ਤੁਹਾਨੂੰ ਦੱਸਾਂਗੇ ਜੀ। ਜਿਹੜਾ ਕਸ਼ਿਸ਼ ਰਾਣਾ ਕੋਲ ਸਾਨੂੰ 16/10 ਨੂੰ ਇੱਕ ਨੋਟਿਸ ਮਿਲਿਆ, ਸਾਨੂੰ ਉਹਦਾ ਜਵਾਬ ਮਿਲਿਆ ਸਾਡੇ ਨੋਟਿਸ ਦਾ। ਉਹ ਇਹ ਕਹਿ ਰਹੀ ਹੈ ਕਿ ਇਹ ਜਿਹੜੇ ਸਰਟੀਫਿਕੇਟ ਦਿੱਤੇ ਹੋਏ ਨੇ ਟਰਸਟ ਨੂੰ ਜਾਂ ਹੋਰ ਕਿਸੇ ਨੂੰ ਦਿੱਤੇ ਨੇ ਪੰਜਾਬ 'ਚ, ਉਹ ਮੈਂ ਸਾਰੇ ਵਾਪਸ ਲੈ ਲਾਂਗੀ। ਰੇਰਾ ਨੇ ਕਨਫਰਮ ਕਰਤਾ ਕਿ ਇਹ ਬਿਲਕੁਲ ਆਏ ਹੋਏ ਨੇ ਜੀ, ਔਰ ਉਹ ਲੜਕੀ ਇਹ ਦੀ ਮਤਲਬ ਇੱਕ ਕੰਪਿਊਟਰ ਇੰਜੀਨੀਅਰ ਲੜਕੀ ਇਹ ਕਹਿ ਰਹੀ ਹੈ ਕਿ ਪੂਰੇ ਪੰਜਾਬ ਦੇ ਸਰਟੀਫਿਕੇਟ ਮੈਂ ਵਾਪਸ ਲੈ ਲਾਂਗੀ। ਜਿਵੇਂ ਇੱਕ ਚੀਫ ਸੈਕਟਰੀ ਆਪਦਾ ਇੱਕ ਲੈਂਦਾ ਹੈ, ਕੋਈ ਗੱਲ ਨੂੰ ਕਹਿ ਕੇ ਵਾਪਸ ਲੈਣਾ ਚਾਹੇ, ਕਿ ਇਹ ਕਸ਼ਿਸ਼ ਰਾਣਾ ਇਹਦੀ ਇੰਨੀ ਕੀ ਹੋ ਗਈ ਕਿ ਇਹ ਜਿਹੜੀ ਹੈ ਐਡਾ ਵੱਡਾ ਸਰਟੀਫਿਕੇਟ ਜਿਹਦੀ ਜਿਹੜੀ ਸਾਨੂੰ ਰੇਰਾ ਨੇ ਕਿਹਾ ਕਿ ਅੱਜ ਤੱਕ ਕੋਈ ਵੀ ਉਹਦਾ ਐਸਾ ਕੋਈ ਸਾਡੇ ਕੋਲ ਲੈਟਰ ਨਹੀਂ ਆ ਜਿਹਦੇ 'ਚ ਉਹਨੇ ਵਾਪਸ ਲਿਆ ਹੋਵੇ। ਫਿਰ ਅਸੀਂ ਇੱਕ ਲੈਟਰ 2/11/2021 ਨੂੰ 2011-21 ਨੂੰ ਤਾਂ ਸਾਨੂੰ ਇਹਦੇ ਕੋਲੋਂ ਇੱਕ ਵੇਦ ਪ੍ਰਕਾਸ਼ ਦਾ ਸਰਗਣਾ ਹੈ, ਇਹਦੇ ਕੋਲੋਂ ਮੈਨੂੰ ਜਿਹੜਾ ਹੈ ਇੱਕ ਲੈਟਰ ਮਿਲਿਆ, ਜਿਹੜਾ ਤੁਹਾਨੂੰ ਡੇਟ ਵੀ ਮੈਂ ਦੱਸਦੀ ਹੈ। ਡੈਫੇਮੇਸ਼ਨ ਤੇ ਯੂਜ਼ ਆਫ ਅਬਿਊਸਿਵ ਲੈਂਗੁਏਜ ਕਹਿੰਦਾ ਮੈਂ ਤੁਹਾਡੇ ਤੇ ਕੇਸ ਪਾਵਾਂਗਾ। ਪਹਿਲਾਂ ਮੈਨੂੰ ਉਹ 1-2 ਮਹੀਨੇ ਤੋਂ ਲਗਾਤਾਰ ਮਿਲਣ ਦੀ ਕੋਸ਼ਿਸ਼ ਕਰ ਰਿਹਾ ਸੀਗਾ, ਲਗਾਤਾਰ ਮੇਰੇ ਕੋਲ ਉਹਦੇ ਸਾਰੇ WhatsApp ਪਏ ਨੇ ਵੀ ਮੈਂ ਤੁਹਾਨੂੰ ਮਿਲਣਾ ਹੈ ਜੀ, 1 ਮਿੰਟ ਮਿਲਣਾ, ਮੈਨੂੰ ਟਾਈਮ ਦਿਓ ਜੀ। ਤੇ ਮੈਂ ਉਹਨੂੰ ਕਿਹਾ ਕਾਹਦੇ ਵਾਸਤੇ ਮਿਲਣਾ, ਤਾਂ ਉਹ ਮੈਨੂੰ ਪਤਾ ਸੀ ਕਿਸ ਕਰਕੇ ਮਿਲਣਾ, ਇਸ ਕਰਕੇ ਮੈਂ ਉਹਨੂੰ ਟਾਈਮ ਨਹੀਂ ਦਿੱਤਾ ਮਿਲਣ ਦਾ। ਫਿਰ ਉਹਨਾਂ ਨੇ ਘਰੇ ਕੋਈ ਬਦਮਾਸ਼ ਭੇਜੇ, ਉਹਨਾਂ ਨੇ ਧੱਕੇ ਨਾਲ ਕੁਝ ਬਦਤਮੀਜ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਮੇਰੇ ਨਾਲ। ਉਹਦੀ ਵੀ ਰਿਪੋਰਟ ਮੈਂ SP ਸਾਹਿਬ ਨੂੰ ਵੀ ਦਿੱਤੀ ਸੀ ਤੇ ਸਭ ਪਾਸੇ ਲਿਖ ਕੀਤੀ ਸੀ। ਅਸੀਂ ਜਿਹੜੇ ਨੋਟਿਸ ਦਿੱਤੇ ਉਹਨੂੰ ਵੇਦ ਨੂੰ, ਉਹਦੇ ਕਿਸੇ ਤਰੀਕੇ ਦਾ ਕੋਈ ਵੀ ਉਸ ਨੋਟਿਸ ਦਾ ਉਹਨੇ ਵੀ ਤੂੰ ਬੋਗਸ ਸਾਰਾ ਕੰਮ ਕਰ ਰਿਹਾ, ਉਹਦਾ ਸਾਨੂੰ ਕੋਈ ਵੀ ਅੱਜ ਤੱਕ ਜਵਾਬ ਨਹੀਂ ਆਇਆ ਜੀ। ਜਦੋਂ ਅਸੀਂ ਇਹਦੀ ਸੈਕਟਰੀ ਰੇਰਾ ਦੇ ਕੋਲ ਮੈਂ ਗਿਆ, ਰੇਰਾ ਕੋਲ ਸੈਕਟਰੀ ਕੋਲ ਵੀ ਗਿਆ ਤੇ ਕਮਿਸ਼ਨਰ ਵੀ ਸੀਗੇ, ਮੈਂਬਰ ਸੀਗੇ, ਉਹਨਾਂ ਨੂੰ ਮੈਂ ਜਦੋਂ ਜ਼ਿਕਰ ਕੀਤਾ ਕਿ ਇਸ ਤਰੀਕੇ ਦੇ ਜਿਹੜੇ ਬੋਗਸ ਲੈ ਕੇ ਤੁਸੀਂ ਕਰ ਰਹੇ ਹੋ, ਤੇ ਉਹਨਾਂ ਨੇ ਇਹ ਕਿਹਾ ਕਿ ਇਹ ਗਲਤੀ ਸਾਡੇ ਕੋਲ ਹੋ ਗਈ ਹੈ। ਉਹਨਾਂ ਨੇ ਅਸੈਪਟ ਕੀਤਾ ਇਹ ਗੱਲ ਕਿ ਇਹ ਗਲਤੀ ਸਾਡੇ ਕੋਲ ਹੋਈ ਹੈ। ਅਸੈਪਟ ਕਰਿਆ ਜੀ ਇਹ ਕੰਗ ਸਾਹਿਬ ਨੇ, ਜੋ ਸੈਕਟਰੀ ਨੇ, ਜੋ ਸੈਕਟਰੀ ਰੇਰਾ ਨੇ, ਉਹਨੇ ਮੰਨਿਆ ਕਿ ਇਹ ਗਲਤੀ ਹੋਈ ਹੈ। ਇਹ ਕੰਗ ਸਾਹਿਬ ਨਵਨੀਤ ਕੰਗ ਜੀ ਸਰ, ਨਵਨੀਤ ਕੰਗ ਜੀ ਨਾਲ ਮਾਨ ਸਾਹਿਬ ਸੀ, ਉਹਨਾਂ ਨਾਲ ਜਿਹੜੇ ਮੈਂਬਰ 3 ਨਹੀਂ, ਟੋਟਲ 2 ਮੈਂਬਰ ਸੀ ਉਸ ਟਾਈਮ। ਉਹਨਾਂ ਨੇ ਉਸੇ ਟਾਈਮ ਕਿਹਾ ਕਿ ਸਾਡੇ ਕੋਲ ਗਲਤੀ ਹੋ ਗਈ ਹੈ, ਅਸੀਂ ਇਹ ਦਵਾ ਨਵਾਰ ਤੋਂ ਹੁਣੇ ਤੁਹਾਡੇ ਬੈਠੇ ਹੀ ਅਸੀਂ ਇੱਕ ਨੋਟਿਸ ਕਰ ਦਿਆਂਗੇ ਜੀ, ਅੱਜ ਤੋਂ ਬਾਅਦ ਇਹ ਰੂਲ ਚੇਂਜ ਕਰਨ ਲੱਗੇ ਆ। ਮੈਂ ਕਿਹਾ ਵੀ ਜੋ ਰੂਲ ਚੇਂਜ ਕਰਤਾ ਤੁਸੀਂ ਅੱਜ ਕਰ ਰਹੇ ਹੋ ਰੂਲ ਚੇਂਜ, ਜਿਹੜੇ 3 ਸਾਲ ਤੋਂ ਬਿਲਡਰ ਰੁਪਈਏ ਲੈ ਕੇ ਭੱਜ ਗਏ, ਉਹਨਾਂ ਦਾ ਕੀ ਹੋਏਗਾ? ਤੁਸੀਂ ਕਸੂਰਵਾਰ ਜੇ, ਹਰ ਚੀਜ਼ ਦਾ ਕਸੂਰਵਾਰ ਤੁਸੀਂ ਜੇ, ਗੁਨਾਹਗਾਰ ਰੇਰਾ ਹੈ। ਔਰ ਉਹਨਾਂ ਨੇ ਇਹ ਪਬਲਿਕ ਨੋਟਿਸ ਉਸੇ ਟਾਈਮ ਮੇਰੇ ਸਾਹਮਣੇ ਬਣਾਇਆ ਜੀ। ਇਹ ਪਬਲਿਕ ਨੋਟਿਸ ਉਹਨਾਂ ਨੇ ਬਣਾਇਆ ਕਿ ਅੱਜ ਤੋਂ ਮਤਲਬ ਸਿਵਲ ਇੰਜੀਨੀਅਰ, ਜਿਹੜਾ ਇੰਜੀਨੀਅਰ ਦਾ ਮਤਲਬ ਸਿਵਲ ਇੰਜੀਨੀਅਰ ਹੁੰਦਾ ਹੈ,
ਮੈਂ ਕਿਹਾ ਪਹਿਲਾਂ ਕਿਉਂ ਨਹੀਂ ਦੇਖਿਆ, ਕਹਿੰਦੇ ਲੇਕਿਨ ਉਹਨਾਂ ਨੇ ਅੱਖਾਂ ਬੰਦ ਕੀਤੀਆਂ ਕਿਉਂਕਿ ਸਾਰਾ ਕੁਝ ਕਰਪਸ਼ਨ ਨਾਲ ਜੁੜਿਆ ਹੋਇਆ ਮੈਟਰ ਸੀ। ਇਹਦੇ ਵਿੱਚ ਬਹੁਤ ਸ਼ਾਇਦ ਪੈਸਿਆਂ ਦਾ ਰੌਲਾ ਸੀਗਾ, ਜਿਸ ਕਰਕੇ ਉਹਨਾਂ ਨੇ ਇਸ ਨੂੰ ਇਸ ਕਸ਼ਿਸ਼ ਰਾਣਾ ਦੇ ਸਰਟੀਫਿਕੇਟ ਨੂੰ ਅੱਖਾਂ ਬੰਦ ਕਰਕੇ ਐਕਸੈਪਟ ਕਰ ਦੇਗੇ। ਫਿਰ ਇੱਕ ਜੀ ਐਸਕਰੋ ਅਕਾਊਂਟ ਹੁੰਦਾ ਜਿਹੜਾ ਮੇਜਰ ਕੰਮ ਹੁੰਦਾ ਇਹਦੇ 'ਚ। ਇੱਕ ਐਸਕਰੋ ਅਕਾਊਂਟ ਹੈ ਕਿ ਜਦੋਂ ਵੀ ਕੋਈ ਬਿਲਡਰ ਪੈਸੇ ਲੈਂਦਾ ਹੈ ਕਿਸੇ ਕਸਟਮਰ ਤੋਂ, ਉਹ ਜਿਹੜੇ ਪੈਸੇ ਨੇ ਉਹ ਐਸਕਰੋ ਅਕਾਊਂਟ 'ਚ ਜਾਂਦੇ ਨੇ। ਐਸਕਰੋ ਅਕਾਊਂਟ 'ਚੋਂ 70% ਤਾਂ ਕਢਵਾ ਵੀ ਨਹੀਂ ਸਕਦੇ, ਉਹਦੇ ਵਿੱਚੋਂ ਜਿੰਨਾ ਅਸੀਂ ਉਸ ਪ੍ਰੋਜੈਕਟ ਤੇ ਪੈਸਾ ਲਗਾਉਣਾ ਹੈ ਉਨਾ ਹੀ ਕਢਵਾ ਸਕਦੇ ਆ। ਉਹ ਪੈਸਾ ਕਢਵਾਉਣ ਲਈ ਇੱਕ ਫਾਰਮੈਲਿਟੀ ਹੈ, ਉਹ 3 ਬੰਦਿਆਂ ਦੇ ਸਾਈਨ ਹੁੰਦੇ, ਇੱਕ ਸਟਰਕਚਰ ਇੰਜੀਨੀਅਰ ਹੈ ਔਰ ਇੱਕ ਇਹਦੇ 'ਚ ਆਰਕੀਟੈਕਟ ਹੈ, ਇੱਕ ਸੀਏ ਹੈ। ਇਹ 3 ਜਣੇ ਸਾਈਨ ਕਰਦੇ ਨੇ ਕਿ ਹਾਂਜੀ ਬਿਲਕੁਲ ਇਹਦੇ ਤੇ 2 ਕਰੋੜ ਰੁਪਈਆ ਲੱਗਣਾ ਜੀ, ਇੱਥੇ 20 ਕਰੋੜ ਲੱਗਣਾ ਜੀ, ਇੱਥੇ 5 ਕਰੋੜ ਲੱਗਣਾ, ਸਰੀਆ ਇੰਨਾ ਆਉਣਾ, ਜੋ ਵੀ ਰਿਪੋਰਟ ਬਣਾਉਂਦੇ ਨੇ। ਉਹ ਜਿਹੜੀ ਰਿਪੋਰਟ ਬਣਾਉਂਦੇ ਨੇ ਉਹ ਪੂਰੀ ਦੀ ਪੂਰੀ ਜਿਹੜੀ ਕਸ਼ਿਸ਼ ਰਾਣਾ ਨੇ ਰਿਪੋਰਟ ਬਣਾਈ ਹੋਈ ਹੈ, ਉਸੇ ਨੂੰ ਚੱਕ ਕੇ ਉਸੇ ਨੂੰ ਆਪਦੀ ਬਣਾ ਕੇ ਤੇ ਮੋਹਰ ਮਾਰ ਕੇ ਉਹਨਾਂ ਨੂੰ ਦੇਤੀ, ਜਿਹਦੇ ਨਾਲ ਸਾਰਾ ਰੁਪਈਆ ਜਿਹੜਾ ਬੈਂਕ 'ਚੋਂ ਬਿਲਡਰ ਕਢਵਾ ਲੈਂਦਾ। ਉਹਦੇ ਉੱਪਰ ਨਿਗਾਹ ਰੱਖਣੀ ਹੁੰਦੀ ਹੈ ਰੇਰਾ ਨੇ, ਲੇਕਿਨ ਰੇਰਾ ਉਹਦੇ ਤੇ ਵੀ ਅੱਖਾਂ ਬੰਦ ਕਰਕੇ ਚੁੱਪ ਕਰਕੇ ਕਰਪਸ਼ਨ ਦੇ ਕਰਕੇ ਸਿਰਫ ਆਪਦੀਆਂ ਜੇਬਾਂ ਭਰਨ ਦੇ ਚੱਕਰ ਵਿੱਚ ਉਹ ਤਿੰਨੋਂ ਹੀ ਜਿਹੜੇ ਨੇ ਰੇਰਾ ਦੇ ਜਿਹੜੇ ਮੈਂਬਰ ਨੇ ਉਹ ਤਿੰਨੋਂ ਹੀ ਅੱਖਾਂ ਬੰਦ ਕਰ ਲੈਂਦੇ ਆ। ਲੀਗਲ ਨੋਟਿਸ ਜਿਹੜੇ ਅਸੀਂ ਇਹਨਾਂ ਦੇ ਸਾਰੇ ਦਿੱਤੇ ਹੋਏ ਨੇ, ਇਹ ਬੋਗਸ ਸਾਰੇ ਸਿਸਟਮ 'ਚ। ਅਸੀਂ ਚੇਅਰਮੈਨ ਨੂੰ 15 ਜਨਵਰੀ ਨੂੰ ਤੇ ਉਸ ਤੋਂ ਬਾਅਦ ਇੱਕ ਰਿਮਾਈਂਡਰ 25 ਫਰਵਰੀ ਨੂੰ ਵੀ ਦਿੱਤਾ ਹੈ। ਅੱਜ ਤੱਕ ਉਹਨੇ ਕਿ ਸਾਡੇ ਕਿਸੇ ਵੀ ਲੀਗਲ ਨੋਟਿਸ ਦਾ ਕੋਈ ਜਵਾਬ ਨਹੀਂ ਦਿੱਤਾ। ਚੇਅਰਮੈਨ ਕਿਆ ਨਾਮ ਹੈ ਚੇਅਰਮੈਨ ਦਾ? ਇਹ ਕੰਗ ਸਾਹਿਬ ਹੈ, ਨਵਨੀਤ ਕੰਗ ਜੀ, ਐਨਐਸ ਕਾਂਗਰਸ ਨੇ। ਸੈਕਟਰੀ ਹੈ ਨਾਲ, ਪਹਿਲਾਂ ਵੀ ਸੈਕਟਰੀ ਹੈ ਜੀ। ਸੈਕਟਰੀ ਮਾਨ ਸਾਹਿਬ, ਸੈਕਟਰੀ ਮਾਨ ਸਾਹਿਬ। ਸੈਕਟਰੀ ਮਾਸਟਰ ਸੋਰੀ ਚੇਅਰਮੈਨ ਜੀ, ਚੇਅਰਮੈਨ ਕੰਗ ਸਾਹਿਬ ਨੇ, ਸੈਕਟਰੀ ਨੇ, 3 ਟੋਟਲ ਮੈਂਬਰ ਨੇ ਜਿਹੜੇ। ਇਹ ਸਾਨੂੰ ਹਜੇ ਤੱਕ ਕੋਈ ਵੀ ਜਵਾਬ ਨਹੀਂ ਦਿੱਤਾ ਜਾ ਰਿਹਾ। ਜਿੰਨੀਆਂ ਵੀ ਅਨਆਥੋਰਾਈਜ਼ਡ ਕਲੋਨੀਆਂ ਨੇ, ਜਿੰਨੀਆਂ ਵੀ ਅਨਆਥੋਰਾਈਜ਼ਡ ਕਲੋਨੀਆਂ ਬਣ ਰਹੀਆਂ ਨੇ, ਕੋਈ ਵੀ ਨਵੀਂ ਕਲੋਨੀ ਕੱਟੀ ਜਾਂਦੀ ਹੈ ਉਹਦਾ ਰੇਰਾ ਨੰਬਰ ਜ਼ਰੂਰ ਲਿਆ ਜਾਂਦਾ ਔਰ ਇਹ ਦਿੰਦੇ ਨੇ ਕਿ ਇਹ ਕਿੰਨੇ ਤੁਹਾਨੂੰ ਐਸੇ ਪ੍ਰੋਜੈਕਟ ਦਿਖਾਵਾਂ ਜਿਹਦੇ ਵਿੱਚ ਲਿਖਿਆ ਜਾਏਗਾ ਕਿ ਇਹ ਪ੍ਰੋਜੈਕਟ ਇੱਕ ਨਵਾਂ ਪ੍ਰੋਜੈਕਟ ਹੈ। ਜੇ ਉਹ ਨਵਾਂ ਪ੍ਰੋਜੈਕਟ ਹੈ ਤਾਂ ਉਸ ਨਵੇਂ ਪ੍ਰੋਜੈਕਟ ਦੇ ਵਿੱਚ ਰੇਰਾ ਨੰਬਰ ਜੁੜਦਾ ਹੈ ਜ਼ਰੂਰ। ਲੇਕਿਨ ਬਹੁਤ ਐਸੇ ਨੇ ਜਿਨ੍ਹਾਂ ਦੇ ਉੱਪਰ ਕੰਪੀਟੈਂਟ ਅਥਾਰਟੀ ਨੇ ਨਿਊ ਪ੍ਰੋਜੈਕਟ ਲਿਖ ਕੇ ਪਾਸ ਕਰਤਾ, ਲੇਕਿਨ ਰੇਰਾ ਨੰਬਰ ਨਹੀਂ ਦਿੱਤਾ ਗਿਆ। ਉਹ ਇੱਕ ਹੋਰ ਮੈਟਰ ਦੇ ਨਾਲ ਜੁੜਿਆ ਹੋਇਆ ਜੀ ਮੈਟਰ। ਇਹ ਜਿਹੜਾ ਇਹ ਸੀਗਾ ਖੁਲਾਸਾ ਸਾਰਾ ਸੀਗਾ ਜੀ, ਇਹਦੀ ਡਿਟੇਲ ਦੇ ਵਿੱਚ ਹੁਣ ਕਿੰਨੇ ਬਿਲਡਰ ਸੀਗੇ ਜੀ ਇਹਦੇ ਵਿੱਚ ਇਨਵੋਲਵ। ਜਿਹੜੇ ਸਾਡੇ ਕੋਲ ਹਜੇ ਤੱਕ ਅਸੀਂ ਪਕੜੇ ਨੇ ਉਹ ਕਰੀਬ 100 ਤੋਂ ਉੱਪਰ ਨੇ। ਹੋ ਸਕਦਾ ਉਹ 107-8 ਦੀ ਗਿਣਤੀ ਹੈ, ਲੇਕਿਨ ਉਹ 150-200 ਵੀ ਅਸੀਂ ਪਕੜਾਂਗੇ। ਉਹ ਗਿਣਤੀ 'ਚ 500 ਵੀ ਹੋ ਸਕਦੇ ਨੇ, ਜਿਹਦੀ ਆਹ ਲਿਸਟ ਸਾਡੇ ਕੋਲ ਹੈਗੀ ਹੈ ਜੀ। ਇਹਦੇ ਵਿੱਚ ਅਸੀਂ ਸਾਰਾ ਉਹਨਾਂ ਦੇ ਕਲੋਨੀ ਦਾ ਨਾਮ ਵੀ ਲਿਖਿਆ ਹੋਇਆ ਜੀ, ਕਿਹੜੇ ਡਿਸਟ੍ਰਿਕਟ ਦਾ, ਮੰਨ ਲਓ ਮਾਨਸਾ, ਲੁਧਿਆਣਾ, ਪਟਿਆਲਾ, ਸੰਗਰੂਰ, ਗੁਰਦਾਸਪੁਰ, ਮੌਲੀ, ਇੱਥੇ ਦੇ ਬੰਦਿਆਂ ਦੇ ਨਾਲ ਇਸਨੇ ਸਾਰਾ ਕੀਤਾ ਹੋਇਆ ਜੀ। ਇਹਨਾਂ ਦੀ ਅਸੀਂ ਟੋਟਲ ਤੱਕ ਵੀ ਲਿਖਿਆ ਹੋਇਆ ਹੈ ਕਿ ਇਹ ਰਜਿਸਟ੍ਰੇਸ਼ਨ ਦੀ ਡੇਟ ਕਿਸ ਦਿਨ ਦੀ ਸੀਗੀ ਔਰ ਟੈਕਨੀਕਲ ਇਹਨਾਂ ਨੇ ਕੌਣ ਲਗਾਇਆ ਸੀ। ਤੁਸੀਂ ਇਹ ਦੇਖੋਗੇ, ਅਸੀਂ ਮੈਂ ਤੁਹਾਨੂੰ ਸਿਰਫ 27 ਦੀ ਇੱਕ ਲਿਸਟ ਦੇ ਰਿਹਾ, 27 ਦੇ 27 ਹੀ ਇਹਨਾਂ ਨੇ ਰਵੀ ਜਿਹੜਾ ਸੋ ਕਾਲਡ ਟੈਕਨੀਕਲ ਪ੍ਰੋਫੈਸ਼ਨਲ ਇੱਕੋ ਹੀ ਬੰਦਾ ਦਿੱਤਾ ਹੋਇਆ ਹੈ। ਉਸ ਨੂੰ ਹੀ ਲਿਖਿਆ ਗਿਆ ਰਵੀ ਕੁਮਾਰ, ਰਵੀ ਸੋਲੰਕੀ, ਜਦ ਕਿ ਇਹ ਬੰਦਾ ਹੀ ਨਹੀਂ ਹੈਗਾ, ਕਿਤੇ ਵੀ ਬੰਦਾ ਬੋਲਦਾ ਹੀ ਨਹੀਂ ਜੀ। ਔਰ ਜਿਹੜਾ ਸਰਟੀਫਿਕੇਟ ਇਸ਼ੂਡ ਕੀਤੇ ਗਏ ਨੇ, ਇੱਕ ਕੰਪਿਊਟਰ ਇੰਜੀਨੀਅਰ, ਸਾਰੇ ਇਹਨੇ ਕਸ਼ਿਸ਼ ਰਾਣਾ ਨੇ ਕੀਤੇ ਨੇ ਜੀ ਪੂਰੇ ਪੰਜਾਬ ਦੇ ਵਿੱਚ। ਜਿਹੜਾ ਵੇਦ ਪ੍ਰਕਾਸ਼ ਹੈ ਉਹਦਾ ਕੰਮ, ਮੇਨ ਕੰਮ ਪੈਸੇ ਜਿਹੜੇ ਬਿਲਡਰ ਦਾ ਪੈਸਾ ਕਢਾਉਣਾ ਸੀਗਾ। ਉਹਨਾਂ ਦੇ ਕਈ ਕੰਮ ਹੈ ਜੀ। ਉਹ ਪਹਿਲਾਂ ਰੇਰਾ ਨੰਬਰ ਲੈ ਕੇ ਦਿੰਦਾ ਹੈ ਜੀ, ਉਹ ਰੇਰਾ ਦੇ ਨੰਬਰ ਪਹਿਲਾਂ ਲੈ ਕੇ ਦਿੰਦਾ ਹੈ। ਉਹ ਰੇਰਾ ਨੰਬਰ ਲੈਣ ਵਾਸਤੇ ਉਹਨਾਂ ਨੂੰ ਬਿਲਡਰ ਪੈਸੇ ਦੇ ਦਿੰਦਾ, ਜੋ ਵੀ ਦਿੰਦੇ ਨੇ, ABC ਲੱਖ ਦਿੰਦੇ ਨੇ, 5 ਲੱਖ ਦਿੰਦੇ ਨੇ, ਵੀ ਆਹ ਫੜ, ਆਪੇ ਆਪ ਉਹ ਮੈਨੇਜ ਕਰਦਾ ਹੈ। ਉਹ ਸਾਰੇ ਸਰਟੀਫਿਕੇਟ ਆਪੇ ਆਪ ਹੀ ਮੋਹਰਾ ਲਗਾ ਕੇ ਦਿੰਦਾ ਜੀ। ਇਹ ਕਸ਼ਿਸ਼ ਰਾਣਾ ਦੀ ਅਸੀਂ SSP ਸਾਹਿਬ ਨੂੰ ਉਹਦੀ ਰਿਪੋਰਟ ਦੇਤੀ ਹੈ। SSP ਸਾਹਿਬ ਅੱਗੇ ਇਨਕੁਆਇਰੀ ਜਿਵੇਂ ਵੀ ਕਰਨਗੇ, ਉਹਦੇ 'ਚ ਕਸ਼ਿਸ਼ ਰਾਣਾ ਦੱਸੇਗੀ ਕਿ ਇਹ ਜਿਹੜੇ ਸਾਈਨ ਨੇ, ਸਰਟੀਫਿਕੇਟ ਜਿਹੜੇ ਬਣਾ ਰਹੇ ਨੇ, ਇਹ ਸਰਟੀਫਿਕੇਟ ਵੀ ਇਹ ਆਪ ਬਣਾ ਕੇ ਦੇ ਰਹੀ ਹੈ ਜਾਂ ਵੇਦ ਪ੍ਰਕਾਸ਼ ਆਪ ਹੀ ਮੋਹਰਾ ਲਗਾ ਕੇ ਆਪ ਹੀ ਕਰ ਰਿਹਾ। ਇਹ ਕਸ਼ਿਸ਼ ਰਾਣਾ ਕਿੰਨੇ ਚਿਰ ਤੋਂ ਕੰਮ ਕਰ ਰਹੀ ਹੈ? ਜਿਹੜਾ ਅਸੀਂ ਪਕੜਿਆ ਜੀ, ਅਸੀਂ ਇਹ 2019-20 ਦੀ ਗੱਲ ਹੈ ਜੀ, ਜਿੰਨੇ ਵੀ, ਕਿਉਂਕਿ ਨਾ ਡੇਟ ਆਫ ਰਜਿਸਟ੍ਰੇਸ਼ਨ ਹੈ 2018 ਤੋਂ ਦਿੱਤੇ। ਹਾਂ, 2018 ਤੋਂ ਸ਼ੁਰੂ ਕੀਤਾ ਹੈ ਜੀ। ਸਾਡੇ ਕੋਲ ਸਾਰੀ ਅਸੀਂ ਵਿਦ ਡੇਟ ਆਫ ਰਜਿਸਟ੍ਰੇਸ਼ਨ ਵੀ ਦੇ ਰਹੇ ਹਾਂ ਜੀ। 2018 ਤੋਂ ਪਹਿਲਾਂ ਕੋਈ 2017 ਤੋਂ ਤਾਂ ਰੇਰਾ ਸ਼ੁਰੂ ਹੋਇਆ ਨਾ ਜੀ। 2017 ਤੋਂ ਸ਼ੁਰੂ ਹੋਇਆ ਜੁਲਾਈ 'ਚ, 17 ਸੀ ਨਾ, ਤੇ ਉਸ ਤੋਂ ਬਾਅਦ ਦੇ ਸਾਰੇ ਨੇ ਜੀ। ਔਰ ਇਹ ਅਗਰ ਇਹਦੀ ਇਨਕੁਆਇਰੀ ਚੰਗੇ ਢੰਗ ਨਾਲ ਕੀਤੀ ਜਾਏਗੀ ਤਾਂ ਇਹ ਬਹੁਤ ਵੱਡਾ, ਮੈਨੂੰ ਇਹ ਲੱਗਦਾ ਕਿ 500 ਤੋਂ ਵੀ ਜ਼ਿਆਦਾ ਸ਼ਾਇਦ ਪ੍ਰੋਜੈਕਟ ਹੋਣ। ਜੋ ਉਸਨੇ ਖੁਦ ਮੰਨੇ ਨੇ, ਵੇਦ ਪ੍ਰਕਾਸ਼ ਨੇ, ਉਸਨੇ 100 ਮੰਨੇ ਨੇ। ਕਿਸੇ ਦੇ ਕੋਲ ਉਹਨੇ ਇਹ ਗੱਲ ਕੀਤੀ ਹੈ ਕਿ ਅਸੀਂ 100 ਤਾਂ ਮੈਂ ਕੀਤੇ ਨੇ ਜੀ, 100 ਵਾਸਤੇ ਉਹ ਮੰਨ ਗਿਆ, ਲੇਕਿਨ ਸਾਡੇ ਸਾਹਮਣੇ ਕੋਈ ਵੀ ਉਹਦੀ ਕੋਈ ਰਿਕਾਰਡਿੰਗ ਜਾਂ ਕੋਈ ਉਹ
ਐਸਾ ਕੁਝ ਪ੍ਰੂਫ ਨਹੀਂ ਆਇਆ ਵੀ ਮੈਂ ਤੁਹਾਨੂੰ ਕਹਿ ਸਕਾਂ। ਸਾਡੇ ਕੋਲ ਇਹ ਜਿਹੜੇ ਪ੍ਰੂਫ ਆਏ ਨੇ 100 ਦੇ 100, ਉਹ ਮੈਂ 100 ਦੀ 100 ਦੀ ਲਿਸਟ ਤੁਹਾਨੂੰ ਸੌਂਪ ਸਕਦਾ ਜੀ। ਕਿੰਨੇ ਕੁ ਦਾ ਘਪਲਾ ਤੁਹਾਡੇ ਹਿਸਾਬ ਨਾਲ? ਇਹ ਦੇਖੋ ਜੀ, ਇਹ ਘਪਲਾ ਇੰਡਾਇਰੈਕਟ ਅਸੀਂ ਇੰਡਾਇਰੈਕਟ ਲਗਾਈਏ ਤਾਂ ਇੱਕ ਬਿਲਡਰ ਜਿਹੜਾ ਵੀ 30 ਕਰੋੜ ਰੁਪਈਆ ਆਪਦੇ ਅਕਾਊਂਟ ਚੋਂ ਕਢਵਾ ਗਿਆ। ਜੇ 5000 ਕਰੋੜ ਦੀ ਗੱਲ ਜੀਬੀਪੀ ਦੀ ਕਰੀਏ ਤਾਂ ਜੀਬੀਪੀ ਅਗਰ 5000 ਕਰੋੜ ਲੈ ਕੇ ਭੱਜਿਆ ਹੈ, ਜੋ ਫਿਗਰ ਦੱਸਦੇ ਅਨਆਫੀਸ਼ੀਅਲ ਆਫੀਸ਼ੀਅਲ ਜਿੰਨੇ ਨੇ, ਉਹਦੇ ਵਿੱਚੋਂ 70% ਉਹ ਕਢਵਾ ਵੀ ਨਹੀਂ ਸਕਦਾ ਸੀ ਅਗਰ ਰੇਰਾ ਅੱਖਾਂ ਬੰਦ ਨਾ ਕਰਦਾ। ਲੋਕਲ ਬਾਡੀ ਤਾਂ ਪਹਿਲਾਂ ਹੀ ਭ੍ਰਸ਼ਟੀ ਹੋਈ ਸੀ, ਔਰ ਰੇਰਾ ਨੇ ਵੀ ਅੱਖਾਂ ਬੰਦ ਕਰ ਲਈਆਂ, ਰਕਸ਼ਕ ਪਕਸ਼ਕ ਬਣ ਗਿਆ, ਜਿਹਦੇ ਤੇ ਹਰ ਦੁਨੀਆ ਦੇ ਪੂਰੇ ਇੰਡੀਆ ਦਾ ਕੋਈ ਵੀ ਬੰਦਾ, ਇੱਕ ਆਮ ਬੰਦਾ ਲੇਮੈਨ ਹੈ, ਉਹ ਆਂਦਾ ਸੀ, ਉਹ ਆ ਕੇ ਵੇਖਦਾ ਸੀ ਇਹਦਾ ਰੇਰਾ ਨੰਬਰ ਹੈ, ਔਰ ਸਿਰਫ ਰੇਰਾ ਨੰਬਰ ਦੇਖ ਕੇ ਉਹਨੂੰ ਹੁੰਦਾ ਸੀ ਕਿ ਇਹਦਾ ਪ੍ਰੋਜੈਕਟ ਬਹੁਤ ਵਧੀਆ ਹੈ। ਲੇਕਿਨ ਜਦੋਂ ਪਤਾ ਲੱਗਾ ਕਿ ਰੇਰਾ ਜਿਹੜਾ ਹੈ ਰਕਸ਼ਕ ਸੀ, ਉਹ ਪਕਸ਼ਕ ਬਣ ਕੇ ਬਹਿ ਗਿਆ। ਉਹ 3 ਜਿਹੜੇ ਨੇ ਮੈਂਬਰ ਨੇ ਜਿਹੜੇ ਰੇਰਾ ਦੇ, ਉਹਨਾਂ ਨੇ ਕਰਪਸ਼ਨ ਦੇ ਵਿੱਚ ਚੰਗੇ ਢੰਗ ਨਾਲ ਕਰਪਸ਼ਨ ਫੈਲਾਈ ਹੈ, ਔਰ ਉਹਨਾਂ ਨੇ ਲੋਕਾਂ ਨੂੰ ਭਜਾਇਆ, ਲੋਕਾਂ ਦੇ ਪੈਸੇ ਖਾਦੇ ਨੇ। ਜਿੰਨੇ ਵੀ ਬਿਲਡਰ ਪੈਸੇ ਖਾ ਗਿਆ ਉਹ ਸਾਰੇ ਦੇ ਸਾਰੇ ਰੇਰਾ ਕਰਕੇ ਖਾਦੇ ਗਏ ਨੇ ਜੀ। ਔਰ ਜਿੰਨਾ ਵੀ ਇੱਕ ਪ੍ਰੋਜੈਕਟ ਦੇ ਵਿੱਚ ਮੰਨ ਲਓ ਉਸੇ ਪ੍ਰੋਜੈਕਟ ਤੇ ਪੈਸਾ ਲੱਗਣਾ ਸੀ, ਉੱਥੋਂ ਪੈਸਾ ਕਢਵਾ ਕੇ ਆਪਦੇ ਨਵੇਂ ਪ੍ਰੋਜੈਕਟ 'ਚ ਲਗਾਤਾ, ਪਿੱਛੇ ਵਾਲਾ ਪ੍ਰੋਜੈਕਟ ਵੈਸੇ ਹੀ ਬੈਠਾ ਰਿਹਾ। ਚੋਈ ਸਾਹਿਬ, ਰੇਰਾ ਦਾ ਮੇਨ ਫੀਚਰ ਕੀ, ਰੋਲ ਕੀ ਹੈ ਬਿਲਡਰ ਦੇ ਵਿੱਚ? ਰੇਰਾ ਦਾ ਇਹ ਹੁੰਦਾ ਜੀ ਕਿ ਜਦੋਂ ਤੁਸੀਂ ਇੱਕ ਰੇਰਾ ਦਾ ਨੰਬਰ ਦਿੱਤਾ ਜਾਂਦਾ ਹੈ, ਉਹਦਾ ਮਤਲਬ ਇਹ ਹੈ ਕਿ ਇਸ ਜਿਹੜਾ ਬਿਲਡਰ ਬਣਾ ਰਿਹਾ ਇਹਦਾ ਸਭ ਕੁਝ ਪੂਰਾ ਹੈ, ਹਰ ਫਾਰਮੈਲਿਟੀ ਪੂਰੀ ਹੈ। ਜ਼ਮੀਨ ਇਹਦੀ ਬਹੁਤ ਵਧੀਆ ਹੈ, ਇਹਦੇ ਕੋਲ ਲਾਇਸੈਂਸ ਟੂ ਡਿਵੈਲਪਮੈਂਟ ਕਲੋਨੀ 276 ਦੀ ਸਾਡੇ ਕੋਲ ਲਿਸਟ ਹੈ, ਜਿਨ੍ਹਾਂ ਚੋਂ ਸਿਰਫ 8 ਕੋਲ LDC ਹੈ। ਲਾਇਸੈਂਸ ਟੂ ਡਿਵੈਲਪ ਕਲੋਨੀ ਸਿਰਫ 8 ਬੰਦਿਆਂ ਕੋਲ ਹੈ। ਤੇ ਫਿਰ ਇਹਦਾ ਲਾਇਸੈਂਸ ਕਿੱਦਾਂ ਆ ਰਿਹਾ ਨਾ? ਲਾਇਸੈਂਸ ਮੈਂ ਉਹੀ ਕਹਿ ਰਿਹਾ, ਅੱਖਾਂ ਬੰਦ ਕਰਕੇ, ਚੋਰੀ ਕਰਪਸ਼ਨ ਦੇ ਕਰਕੇ ਉਹ ਅੱਖਾਂ ਬੰਦ ਕਰੀ ਬੈਠੇ ਨੇ। 268 ਨੂੰ ਜਦੋਂ ਅਸੀਂ ਉਹਨਾਂ ਨੂੰ ਕਿਹਾ ਤਾਂ ਉਹਨਾਂ ਕੋਲ ਕੋਈ ਜਵਾਬ ਨਹੀਂ ਆਇਆ। ਅਸੀਂ ਇਸ ਵਾਸਤੇ ਹੁਣ ਹਾਈ ਕੋਰਟ ਦੇ ਵਿੱਚ ਕੇਸ ਪਾਇਆ ਜੀ। ਇਹ ਅਸੀਂ ਹਾਈ ਕੋਰਟ 'ਚ ਕੇਸ ਨੋਟਿਸ, ਬ੍ਰਹਮਿੰਦਰ ਦਾ ਵੀ ਨਾਮ ਲੈਂਦੇ ਰਹੇ ਵੀ ਉਹਨਾਂ ਦੀ ਸ਼ਾਇਦ ਕੰਮ ਹੋਇਆ ਹੈ। ਦੇਖੋ ਉਹ ਅਸੀਂ ਸਰਕਾਰ ਤੱਕ ਹੋਰ ਢੰਗ ਨਾਲ ਵੀ ਪਹੁੰਚਾ ਰਹੇ ਹਾਂ ਕਿ ਉਹ ਸਾਰਾ ਕੰਮ ਉਹਦਾ ਕੀਤਾ ਹੋਇਆ ਹੈ। ਉਹ ਕਿਉਂਕਿ ਅੱਜ ਮੈਟਰ ਹੈ, ਇਹ ਰੇਰਾ ਨਾਲ ਸੰਬੰਧਿਤ ਹੈ, ਤਾਂ ਮੈਂ ਰੇਰਾ ਦੀ ਗੱਲ ਕਰ ਰਿਹਾ। ਉਹ ਲੋਕਲ ਬਾਡੀ ਨਾਲ ਸੰਬੰਧਿਤ ਹੈ, ਉਹਦੀ ਆਪਾਂ ਬਹੁਤ ਵਾਰੀ ਗੱਲ ਕਰ ਚੁੱਕੇ ਹਾਂ। ਉਹਦੇ ਬਹੁਤ ਵੱਡੇ ਖੁਲਾਸੇ ਆਉਣ ਵਾਲੇ ਨੇ। ਲੋਕਲ ਬਾਡੀ ਦਾ ਆਪਾਂ ਅੱਗੇ ਫਿਰ ਗੱਲ ਕਰਾਂਗੇ। ਅੱਜ ਰੇਰਾ ਬਾਰੇ ਕੋਈ ਹੋਰ ਦੇਖੋ ਕੀ ਸੜਨਾ ਚਾਹੀਦਾ। ਵੇਦ ਪ੍ਰਕਾਸ਼ ਜਿਹੜਾ ਮੇਨਲੀ ਸੀਏ ਆ ਇਹ ਸੀਏ ਨਹੀਂ ਹੈ ਕਿ ਐਡਵੋਕੇਟ ਹੈ, ਆਪਦੇ ਆਪ ਨੂੰ ਐਡਵੋਕੇਟ ਕਹਿੰਦਾ ਜੀ ਹੈ ਕੰਪਨੀ ਹੈ ਜੀ। ਕੰਪਨੀ ਸੈਕਟਰੀ ਕੰਪਨੀ ਦਾ ਕੰਮ ਸੰਭਾਲਦਾ ਪਿਆ, ਕੰਪਨੀ ਸੈਕਟਰੀ ਔਰ ਉਹਨੇ ਕੰਪਨੀ ਸਿਰਫ ਇਸੇ ਕੰਮ ਦੀ ਬਣਾਈ ਹੋਈ ਹੈ। ਇਹਨੂੰ ਆਪਾਂ ਕਹਿ ਸਕਦੇ ਏਜੰਟ ਆ, ਏਜੰਟ ਹੈ ਜੀ, ਬਿਲਕੁਲ ਬਿਲਡਰਾਂ ਦਾ ਏਜੰਟ ਹੈ। ਜਿਵੇਂ ਆਪਾਂ ਇੱਥੇ ਨਕਸ਼ੇ ਪਾਸ ਕਰਾਉਂਦੇ ਆ, ਇਹ ਰੇਰਾ ਦੇ ਨੰਬਰ ਦਵਾਉਂਦੇ ਬਿਲਡਰਾ ਤਾਂ ਰੇਰਾ ਦਾ ਏਜੰਟ ਆ। चेन है बीच में। ਇਹ ਚੇਨ ਹੈ ਜੀ, ਉਹਦੇ ਚ ਬੋਗਸ ਹੈ। ਔਰ ਬਿਲਡਰ ਨੂੰ ਪਤਾ ਹੈ, ਹਰ ਬਿਲਡਰ ਨੂੰ ਪਤਾ ਹੈ, ਪੀਰ ਮੁਸ਼ੱਲਾ ਦੇ ਸਾਰੇ ਬਿਲਡਰਾਂ ਨੇ ਉਹਦੇ ਕੋਲ ਕਰਵਾਇਆ ਕੰਮ, ਔਰ ਉਹਨਾਂ ਨੂੰ ਪਤਾ ਸੀਗਾ ਵੀ ਇਹ ਕੰਮ ਹੈ, ਤੇ ਉਹ ਉਸ ਤਰੀਕੇ ਨਾਲ ਖਿੱਚੀ ਹੁਣ ਗਈ। ਤੁਸੀਂ ਇਹਦੀ ਸ਼ਿਕਾਇਤ ਕਿੱਥੇ ਦਿੱਤੀ ਹੈ? ਅਸੀਂ ਇਹਦੀ ਪਹਿਲਾਂ ਤਾਂ ਇਹ ਜਿਹੜੀ ਹੁਣ ਇਹਦੀ ਪੂਰੇ ਸਕੈਮ ਦੀ ਜਿਹੜੀ ਰਿਪੋਰਟ ਸੀ ਅਸੀਂ SSP ਸਾਹਿਬ ਨੂੰ ਦਿੱਤੀ ਹੈ ਜੀ। ਅੱਛਾ ਜੀ। ਆਫੀਸ਼ੀਅਲੀ SSP ਸਾਹਿਬ ਨੂੰ ਦਿੱਤੀ। ਇਹਦੇ- ਤੇ ਉਹ ਇਹ ਭੇਤ ਨਹੀਂ ਹੈਗਾ, ਲੇਕਿਨ ਬਿਲਡਰ ਕੋਲ ਲੈਂਦਾ ਤਾਂ ਘੱਟੋ ਘੱਟ ਸਾਨੂੰ ਜੋ ਉਮੀਦ ਹੈ ਕਿ ਰੇਰਾ ਨੰਬਰ ਲੈਣ ਵਾਸਤੇ ਤੇ ਹੋਰ ਮੈਨੇਜ ਕਰਨ ਵਾਸਤੇ ਇਹ ਸ਼ਾਇਦ 2 ਤੋਂ 5 ਲੱਖ ਰੁਪਏ ਇੱਕ ਬਿਲਡਰ ਤੋਂ ਲੈਂਦਾ ਹੋਵੇਗਾ। ਇਹਦੀ ਸ਼ਿਕਾਇਤ ਤੁਸੀਂ ਰੇਰਾ 'ਚ ਨਹੀਂ ਕੀਤੀ? ਰੇਰਾ ਨੂੰ ਬਹੁਤ ਵਾਰੀ ਕਰਤੀ ਹੈ। ਰੇਰਾ ਨੂੰ ਪਤਾ, ਰੇਰਾ ਕਹਿੰਦਾ ਜੀ ਹੁਣ ਚੇਂਜ ਕਰਤਾ, ਰੇਰਾ ਕੁਝ ਨਹੀਂ ਕਰ ਪਾ ਰਿਹਾ। ਅੱਛਾ। ਰੇਰਾ ਨੂੰ ਮੇਰੇ ਕੋਲ ਬਹੁਤ ਕੰਪਲੇਂਟ ਕੀਤੀ ਹੈ ਜੀ ਮੈਂ। ਰੇਰਾ ਦੇ ਉੱਪਰ ਵੀ ਕੋਈ ਅਥਾਰਟੀ ਹੋਊਗੀ, ਉੱਥੇ ਵੀ ਸ਼ਿਕਾਇਤ ਕੀਤੀ ਉੱਥੇ ਅਸੀਂ ਹੁਣ ਕਰ ਰਹੇ ਹਾਂ ਜੀ, ਅਸੀਂ ਕੱਢਿਆ ਹੈ। ਉਹ ਵੀ ਮੇਰੇ ਕੋਲ ਮੈਂ ਕੰਗ ਸਾਹਿਬ ਨੂੰ ਖੁਦ ਫੋਨ ਕਰਕੇ ਪੁੱਛਿਆ ਸੀ, ਉਹਨਾਂ ਨੇ WhatsApp ਕੀਤਾ ਵੀ ਸਾਡੇ ਦੇ ਉੱਪਰ ਇਹ ਅਥਾਰਟੀ ਸਾਡੀ ਕੰਪਲੇਂਟ ਕਰਨੀ ਦਾ। ਉਹਦਾ ਨਾਮ ਇਨਫਲੇਸ਼ਨ ਕੀ ਸਰ, ਉਹਦਾ ਫਲੇਸ਼ਨ ਕੇ ਕੀ ਹੈ ਮੈਨੂੰ ਜਿਹੜਾ ਰੇਰਾ ਦੇ ਉੱਪਰ ਕੰਪਲੇਂਟ ਇਹਨੂੰ ਕਰਨੀ ਹੁੰਦੀ ਆ। ਰੇਰਾ ਦਾ ਸੀਐਮ ਦੇ ਅੰਦਰ ਹੀ ਆ ਜੀ, ਚੀਫ ਈਵਨ ਦੇ ਉਹ ਮੇਰੇ ਕੋਲ ਹੈਗਾ ਜੀ। ਅਸੀਂ ਉਹਦੀ ਕੰਪਲੇਂਟ सीएम के अंदर रहेगा वो। ਰੇਰਾ ਦੀ ਕੰਪਲੇਂਟ ਉਸ ਅਥਾਰਟੀ ਨੂੰ ਕਰ ਰਹੇ ਹਾਂ। ਔਰ ਉਹ ਕੰਗ ਸਾਹਿਬ ਨੇ, ਚੇਅਰਮੈਨ ਨੇ ਖੁਦ ਦੱਸਿਆ ਕਿ ਜਿਹੜੀ ਅਗਰ ਸਾਡੀ ਕੋਈ ਕੰਪਲੇਂਟ ਹੈ ਤਾਂ ਇਸ ਅਥਾਰਟੀ ਤੁਸੀਂ ਕਰ ਸਕਦੇ ਹੋ। ਇਹਦੇ 'ਚ ਕੋਈ ਨਗਰ ਕੌਂਸਲ ਦਾ ਵੀ ਰੋਲ ਨਜ਼ਰ ਆ ਰਿਹਾ? ਦੇਖੋ ਨਗਰ ਕੌਂਸਲ ਦਾ ਰੋਲ ਤਾਂ ਇਹ ਹੈ ਕਿ ਜਦੋਂ ਉਹਨੂੰ ਇਹ ਪਤਾ ਲੱਗ ਗਿਆ ਵੀ ਸਾਰਾ ਕੁਝ ਗਲਤ ਹੈ, ਉਹ ਰੋਕ ਸਕਦਾ ਹੈ। ਲੇਕਿਨ ਅਸੀਂ ਇਹ ਰੇਰਾ ਨੰਬਰ ਦੀ ਸਿਰਫ ਗੱਲ ਕਰ ਰਹੇ ਹਾਂ ਵੀ ਰੇਰਾ ਨੰਬਰ ਹੈ ਜੀ, ਤੇ ਨੰਬਰ ਦੇ ਵਿੱਚ ਤਾਂ ਆਪਾਂ ਕਮੇਟੀ ਦੀ ਗੱਲ ਤਾਂ ਕੀ ਕਰ ਸਕਦੇ ਹਾਂ, ਕਿਉਂਕਿ ਉਹ ਨੰਬਰ ਦੀ ਗੱਲ ਮੈਂ ਕਰ ਰਿਹਾ ਵੀ ਰੇਰਾ ਜਿਹੜਾ ਇਹ ਨੰਬਰ ਦੇ ਰਿਹਾ, ਉਹਦੇ ਤੇ ਕੰਟਰੋਲ ਰੇਰਾ ਨਹੀਂ ਕਰ ਰਿਹਾ। ਕਮੇਟੀ ਦਾ ਭ੍ਰਸ਼ਟ ਆਈ, ਆਪਾਂ ਨੂੰ ਪਤਾ ਹੀ ਹੈ ਜੀ। ਲੋਕਲ ਬੋਡੀ ਦੀ ਭ੍ਰਸ਼ਟ ਉਹਨਾਂ ਤਾਂ ਅੱਤ ਚੱਕੀ ਹੋਈ ਸੀਗੀ ਜੀ, ਚੰਮਦੀਆਂ ਕੀਤੀਆਂ ਉਹਨਾਂ ਨੇ ਤਾਂ। ਕੀਤੀਆਂ ਸੀ ਕਿ ਕਰ ਰਹੇ ਆ? ਨਹੀਂ ਕੀਤੀਆਂ ਸੀ। ਮੈਂ ਅੱਜ ਤੋਂ ਪਹਿਲਾਂ ਦੀ ਗੱਲ ਜ਼ਰੂਰ ਕਰ ਰਿਹਾ, ਲੇਕਿਨ ਮੈਂ ਤੁਹਾਨੂੰ ਲੇਟੈਸਟ ਜਿਹੜੀਆਂ ਇਹਨਾਂ ਦੀਆਂ ਗੱਲਾਂ ਆ ਰਹੀਆਂ ਨੇ, ਉਹ ਸਮਝ ਲਓ ਕਿ ਮੁੱਦੇ ਹੋਏ ਪਏ ਨੇ ਸਾਰੇ ਅਫਸਰ, ਔਰ ਉਹ ਗੋਡੇ ਟੇਕ ਕੇ ਉਹ ਜੋ ਕੁਝ ਹੋ ਗਿਆ ਕਿ ਸਾਡੀਆਂ ਪਿੱਛੇ ਇਨਕੁਆਰੀਆਂ ਨਾ ਹੋਣ, ਅੱਗੇ ਤੋਂ ਅਸੀਂ ਕੁਝ ਨਹੀਂ ਕਰਦੇ।
ਲੇਕਿਨ ਜਿਹਨੇ ਗੁਨਾਹ ਕੀਤਾ ਹੈ ਉਹ ਗੁਨਾਹ ਬਖਸ਼ਣਯੋਗ ਕੋ ਨਹੀਂ। ਇਹਨੇ ਦੁਨੀਆ ਨੂੰ ਖਾ ਗਏ, ਇਹਨੇ ਲੋਕਾਂ ਨੂੰ ਮਾਰ ਗਏ, ਇਹਨੇ ਗਰੀਬ ਲੋਕਾਂ ਨੂੰ ਮਾਰ ਗਏ। ਮੇਰੇ ਸਾਹਮਣੇ ਬਹੁਤ ਇਹੋ ਜਿਹੇ ਲੋਕ ਸੀ, ਅਗਰ ਰੇਰਾ ਚੰਗਾ ਹੁੰਦਾ ਤੇ ਇਹ ਜਿਹੜੇ ਸੀ ਲੋਕ ਬਚ ਸਕਦੇ ਸੀ। ਕੁਝ ਲੋਕ ਸੁਸਾਈਡ ਵੀ ਕਰ ਗਏ, ਕਈ ਲੋਕਾਂ ਦੇ ਘਰਾਂ ਦੇ ਬਹੁਤ ਬੁਰੇ ਹਾਲ ਨੇ, ਬੈਂਕਾਂ ਦੇ ਲੋਨ ਲੈ ਕੇ ਬਿਲਡਰਾਂ ਨੂੰ ਪੈਸੇ ਦਿੱਤੇ ਸੀ, ਉਹ ਸਾਰਾ ਪੈਸਾ ਜਿਹੜਾ ਹੈ ਚੌਧਰੀ ਸਾਹਿਬ ਇਹਦੇ ਚ ਹੋਏਗਾ ਕੀ ਹੋਵੇਗਾ, ਕੋਈ ਫਾਈਨ ਹੋਏਗਾ, ਕੀ ਹੋਏਗਾ, ਕੋਈ ਦਿਨ ਕੈਂਸਲ ਹੋਣਗੇ ਜਿਹੜਾ ਨੰਬਰ ਨੂੰ ਕੀ ਹੋਏਗਾ? ਦੇਖੋ ਅਸੀਂ ਇਹ ਲੀਗਲ ਅਸੀਂ ਹਾਈ ਕੋਰਟ 'ਚ ਗਏ ਆ, ਲੀਗਲ ਨੋਟਿਸ ਦਿੱਤੇ ਨੇ ਸਾਰਿਆਂ ਨੂੰ। ਇਹਨਾਂ ਜਿਵੇਂ ਜਵਾਬ ਆਈ ਜਾਣਗੇ ਅਸੀਂ ਹਾਈ ਕੋਰਟ 'ਚ ਵੀ ਜਾਵਾਂਗੇ। ਇੱਧਰੋਂ ਅਸੀਂ ਐਸਐਸਪੀ ਸਾਹਿਬ ਨੂੰ ਦਿੱਤਾ, ਉਧਰੋਂ ਅਸੀਂ ਸੀਐਮ ਸਾਹਿਬ ਸ਼ਬਦ ਲੈਂਦੇ ਨੇ। ਉਸ ਤੋਂ ਬਾਅਦ ਅਸੀਂ 18-19 ਤੋਂ ਬਾਅਦ ਉਹਨਾਂ ਦੇ ਵੈਸੇ ਧਿਆਨ 'ਚ ਉਹਨਾਂ ਦੇ ਆ ਚੁੱਕੀ ਗੱਲ, ਲੇਕਿਨ ਕਿਉਂਕਿ ਹਲੇ ਕੁਝ ਸੰਭਲ ਨਹੀਂ ਪਾ ਰਹੇ, ਜਦੋਂ ਬਿਲਕੁਲ ਉਹ ਲੈ ਕੇ ਪ੍ਰੋਪਰ ਬਹਿਣਾ ਸ਼ੁਰੂ ਕਰਨਗੇ ਇਹ ਪੂਰੀ ਦੀ ਪੂਰੀ ਫਾਈਲ ਉਹਨਾਂ ਕੋਲ ਜਾਏਗੀ ਜੀ, ਔਰ ਚੰਗੇ ਢੰਗ ਨਾਲ ਉਹਨਾਂ ਨੂੰ ਇਹ ਇਸ ਤੇ ਕਾਰਵਾਈ ਹੋਏਗੀ। ਜਿਹੜੇ ਪਿਛਲੇ